ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਿਛਲੇ ਸੈਸ਼ਨ ਵਿੱਚ ਅਸੀਂ ਨਾ ਮਿਲਵਰਤਨ ਲਹਿਰ ਬਾਰੇ ਗੱਲ ਕੀਤੀ ਸੀ, ਪਰ ਅੱਜ ਅਸੀਂ ਉਸ ਕਹਾਣੀ ਨੂੰ ਅੱਗੇ ਤੋਰਾਂਗੇ। ਅਸੀਂ 1920 ਦੇ ਦਹਾਕੇ ਦੇ ਆਖਰੀ ਸਾਲਾਂ ਅਤੇ 1930 ਦੇ ਸ਼ੁਰੂਆਤੀ ਦੌਰ ਤੇ ਨਜ਼ਰ ਮਾਰਾਂਗੇ। ਇੱਕ ਅਜਿਹਾ ਸਮਾਂ ਜਦੋਂ ਆਜ਼ਾਦੀ ਦਾ ਸੰਘਰਸ਼ ਇੱਕ ਬਹੁਤ ਹੀ ਅਹਿਮ ਮੋੜ ਤੇ ਆ ਖੜਾ ਹੋਇਆ। ਇਸ ਦੌਰ ਵਿੱਚ ਨਵੀਆਂ ਰਣਨੀਤੀਆਂ ਬਣੀਆਂ, ਕਾਂਗਰਸ ਦੇ ਅੰਦਰ ਵੱਡੀਆਂ ਬਹਿਸਾਂ ਹੋਈਆਂ ਅਤੇ ਫਿਰ ਪੂਰਨ ਸਵਰਾਜ ਯਾਨੀ ਕਿ ਮੁਕੰਮਲ ਆਜ਼ਾਦੀ ਦੀ ਮੰਗ ਨੇ ਪੂਰੇ ਦੇਸ਼ ਵਿੱਚ ਇੱਕ ਨਵੀਂ ਜਾਨ ਪਾ ਦਿੱਤੀ। ਤਾਂ ਆਓ ਇੱਕ ਨਜ਼ਰ ਮਾਰਦੇ ਹਾਂ ਕਿ ਅੱਜ ਅਸੀਂ ਕੀ ਸਮਝਣ ਵਾਲੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਨਾ ਮਿਲਵਰਤਨ ਲਹਿਰ ਅਚਾਨਕ ਕਿਉਂ ਰੋਕ ਦਿੱਤੀ ਗਈ। ਫਿਰ ਕਾਂਗਰਸ ਦੇ ਅੰਦਰ ਜੋ ਨਵੀਆਂ ਸੋਚਾਂ ਪੈਦਾ ਹੋਈਆਂ ਉਹਨਾਂ ਤੇ ਗੱਲ ਕਰਾਂਗੇ। ਇਸ ਤੋਂ ਬਾਅਦ ਸਾਈਮਨ ਕਮਿਸ਼ਨ ਦੀ ਚੁਣੌਤੀ ਨੂੰ ਸਮਝਾਂਗੇ ਅਤੇ ਦੇਖਾਂਗੇ ਕਿ ਪੂਰਨ ਸਵਰਾਜ ਦੀ ਮੰਗ ਕਿਵੇਂ ਉੱਠੀ। ਅੰਤ ਵਿੱਚ ਅਸੀਂ ਇਤਿਹਾਸਕ ਨਮਕ ਮਾਰਚ ਅਤੇ ਸਿਵਲ ਨਾਫਰਮਾਨੀ ਲਹਿਰ ਦੇ ਕੀ ਫਾਇਦੇ ਹੋਏ ਅਤੇ ਕੀ ਕਮੀਆਂ ਰਹਿ ਗਈਆਂ, ਇਸ ਦਾ ਪੂਰਾ ਵਿਸ਼ਲੇਸ਼ਣ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਸਾਡੇ ਪਹਿਲੇ ਵਿਸ਼ੇ ਤੋਂ। ਇੱਕ ਐਸੀ ਲਹਿਰ ਜੋ ਪੂਰੇ ਜੋਸ਼ ਤੇ ਸੀ ਪਰ ਅਚਾਨਕ ਉਸ ਨੂੰ ਰੋਕਣਾ ਪਿਆ। ਆਖਿਰ ਅਜਿਹਾ ਕੀ ਹੋਇਆ ਕਿ ਨਾ ਮਿਲਵਰਤਨ ਅੰਦੋਲਨ ਨੂੰ ਵਾਪਸ ਲੈਣ ਦਾ ਫੈਸਲਾ ਕਰਨਾ ਪਿਆ? ਇਸ ਸਾਰੇ ਘਟਨਾਕ੍ਰਮ ਦਾ ਕੇਂਦਰ ਬਿੰਦੂ ਸੀ ਚੌਰੀ ਚੌਰਾ ਦੀ ਘਟਨਾ। ਫਰਵਰੀ 1922 ਵਿੱਚ ਇੱਕ ਸ਼ਾਂਤਮਈ ਜਲੂਸ ਨਿਕਲ ਰਿਹਾ ਸੀ ਜਿਸ ਤੇ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ। ਬਸ ਫਿਰ ਕੀ ਸੀ, ਭੀੜ ਦਾ ਗੁੱਸਾ ਭੜਕ ਗਿਆ ਅਤੇ ਲੋਕਾਂ ਨੇ ਇੱਕ ਪੁਲਿਸ ਥਾਣੇ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਕਈ ਪੁਲਿਸ ਮੁਲਾਜ਼ਮ ਮਾਰੇ ਗਏ। ਹੁਣ ਦੇਖੋ, ਇੱਕ ਅਜਿਹੀ ਲਹਿਰ ਜਿਸ ਦੀ ਨੀਂਹ ਹੀ ਅਹਿੰਸਾ ਤੇ ਰੱਖੀ ਗਈ ਹੋਵੇ, ਉਸ ਵਿੱਚ ਅਜਿਹੀ ਹਿੰਸਾ ਹੋਣਾ ਇੱਕ ਬਹੁਤ ਵੱਡਾ ਝਟਕਾ ਸੀ। ਇਸ ਇੱਕ ਘਟਨਾ ਨੇ ਸੰਘਰਸ਼ ਦੀ ਪੂਰੀ ਦਿਸ਼ਾ ਹੀ ਬਦਲ ਦਿੱਤੀ। ਇਸ ਹਿੰਸਕ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਇੱਕ ਬਹੁਤ ਹੀ ਸਖਤ ਅਤੇ ਅਹਿਮ ਫੈਸਲਾ ਲਿਆ। ਉਹਨਾਂ ਨੇ ਲਹਿਰ ਨੂੰ ਤੁਰੰਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਲੋਕ ਯਾਨੀ ਕਿ ਸਤਿਆਗ੍ਰਹੀ ਅਹਿੰਸਾ ਦੇ ਅਸਲ ਮਤਲਬ ਨੂੰ ਨਹੀਂ ਸਮਝਦੇ, ਉਦੋਂ ਤੱਕ ਕੋਈ ਵੀ ਵੱਡਾ ਜਨਤਕ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ। ਭਾਵੇਂ ਇਸ ਫੈਸਲੇ ਦੀ ਬਹੁਤ ਆਲੋਚਨਾ ਹੋਈ, ਪਰ ਗਾਂਧੀ ਜੀ ਆਪਣੇ ਅਸੂਲਾਂ ਤੇ ਪੱਕੇ ਰਹੇ। ਖੈਰ, ਜਦੋਂ ਲਹਿਰ ਰੁਕ ਗਈ ਤਾਂ ਕਾਂਗਰਸ ਪਾਰਟੀ ਦੇ ਅੰਦਰ ਇੱਕ ਵੱਡੀ ਬਹਿਸ ਸ਼ੁਰੂ ਹੋ ਗਈ। ਸਵਾਲ ਇਹ ਉੱਠਿਆ ਕਿ ਹੁਣ ਅੱਗੇ ਦਾ ਰਸਤਾ ਕੀ ਹੋਵੇਗਾ? ਕੀ ਸੰਘਰਸ਼ ਦਾ ਤਰੀਕਾ ਬਦਲਣਾ ਚਾਹੀਦਾ ਹੈ? ਇਹਨਾਂ ਸਵਾਲਾਂ ਨੇ ਕਾਂਗਰਸ ਨੂੰ ਦੋ ਗੁੱਟਾਂ ਵਿੱਚ ਵੰਡ ਦਿੱਤਾ। ਇਹ ਦੋਨੇ ਧੜੇ ਸਮਝਣੇ ਇਮਤਿਹਾਨ ਦੇ ਨਜ਼ਰੀਏ ਤੋਂ ਬਹੁਤ ਜ਼ਰੂਰੀ ਨੇ। ਇੱਕ ਪਾਸੇ ਸਨ ਬਦਲਾਅ ਪੱਖੀ, ਜਿਨ੍ਹਾਂ ਵਿੱਚ ਸੀ.ਆਰ. ਦਾਸ ਅਤੇ ਮੋਤੀ ਲਾਲ ਨਹਿਰੂ ਵਰਗੇ ਵੱਡੇ ਲੀਡਰ ਸਨ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕੌਂਸਲ ਚੋਣਾਂ ਲੜ ਕੇ ਸਿਸਟਮ ਦੇ ਅੰਦਰ ਜਾਣਾ ਚਾਹੀਦਾ ਤੇ ਉੱਥੇ ਬ੍ਰਿਟਿਸ਼ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ। ਦੂਜੇ ਪਾਸੇ ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਵਰਗੇ ਨੌਜਵਾਨ ਲੀਡਰ ਸਨ ਜੋ ਬਦਲਾਅ ਵਿਰੋਧੀ ਸਨ। ਉਹਨਾਂ ਦਾ ਮੰਨਣਾ ਸੀ ਕਿ ਕੌਂਸਲਾਂ ਵਿੱਚ ਜਾਣਾ ਗਲਤੀ ਹੋਵੇਗੀ, ਸਾਨੂੰ ਸਿੱਧਾ ਜਨਤਾ ਵਿੱਚ ਜਾ ਕੇ ਪੂਰਨ ਆਜ਼ਾਦੀ ਲਈ ਵੱਡਾ ਅੰਦੋਲਨ ਖੜਾ ਕਰਨਾ ਚਾਹੀਦਾ। ਇਸੇ ਵਿਚਾਰਧਾਰਕ ਵੰਡ ਦਾ ਨਤੀਜਾ ਹੀ ਨਿਕਲਿਆ ਕਿ ਬਦਲਾਅ ਪੱਖੀਆਂ ਨੇ ਸਿਰਫ ਬਹਿਸ ਹੀ ਨਹੀਂ ਕੀਤੀ, ਸਗੋਂ ਇੱਕ ਠੋਸ ਕਦਮ ਚੁੱਕਿਆ। ਉਹਨਾਂ ਨੇ ਕਾਂਗਰਸ ਦੇ ਅੰਦਰ ਹੀ ਸਵਰਾਜ ਪਾਰਟੀ ਬਣਾਈ। ਮਕਸਦ ਬਿਲਕੁਲ ਸਾਫ਼ ਸੀ, ਚੋਣਾਂ ਲੜੋ, ਕੌਂਸਲਾਂ ਵਿੱਚ ਪਹੁੰਚੋ ਅਤੇ ਸਰਕਾਰੀ ਕੰਮਾਂ ਵਿੱਚ ਅੜਿੱਕਾ ਪਾ ਕੇ ਦੁਨੀਆ ਨੂੰ ਦਿਖਾਓ ਕਿ ਬ੍ਰਿਟਿਸ਼ ਰਾਜ ਕਿਵੇਂ ਕੰਮ ਕਰਦਾ ਹੈ। ਇੱਕ ਪਾਸੇ ਕਾਂਗਰਸ ਅੰਦਰੂਨੀ ਮਸਲਾ ਵਿੱਚ ਉਲਝੀ ਹੋਈ ਸੀ ਤੇ ਦੂਜੇ ਪਾਸੇ ਇੱਕ ਬਾਹਰੀ ਘਟਨਾ ਨੇ ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵਾਂ ਤੂਫਾਨ ਖੜਾ ਕਰ ਦਿੱਤਾ। ਇਹ ਘਟਨਾ ਸੀ ਬਹੁਤ ਹੀ ਵਿਵਾਦਗ੍ਰਸਤ ਸਾਈਮਨ ਕਮਿਸ਼ਨ ਦਾ ਭਾਰਤ ਆਉਣਾ। ਹੁਣ ਸਾਈਮਨ ਕਮਿਸ਼ਨ ਦਾ ਵਿਰੋਧ ਹੋਣਾ ਤਾਂ ਤੈਅ ਹੀ ਸੀ। ਸੋਚ ਕੇ ਦੇਖੋ, ਬ੍ਰਿਟਿਸ਼ ਸਰਕਾਰ ਭਾਰਤ ਦੇ ਭਵਿੱਖ ਲਈ ਸੰਵਿਧਾਨਿਕ ਸੁਧਾਰਾਂ ਦੀ ਗੱਲ ਕਰ ਰਹੀ ਸੀ, ਪਰ ਜਿਹੜਾ ਕਮਿਸ਼ਨ ਬਣਾਇਆ ਉਸ ਵਿੱਚ ਇੱਕ ਵੀ ਭਾਰਤੀ ਮੈਂਬਰ ਨੇ ਰੱਖਿਆ। ਸਾਰੇ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਹ ਗੱਲ ਭਾਰਤੀਆਂ ਲਈ ਇੱਕ ਵੱਡੇ ਅਪਮਾਨ ਵਾਲੀ ਸੀ ਕਿ ਸਾਡੇ ਦੇਸ਼ ਦਾ ਫੈਸਲਾ ਸਾਡੇ ਤੋਂ ਬਿਨਾਂ ਹੀ ਕੀਤਾ ਜਾਵੇਗਾ। ਤਾਂ ਜਦੋਂ 1928 ਵਿੱਚ ਇਹ ਕਮਿਸ਼ਨ ਭਾਰਤ ਪਹੁੰਚਿਆ ਤਾਂ ਇਸ ਦਾ ਸਵਾਗਤ ਕਾਲੇ ਝੰਡਿਆਂ ਅਤੇ ਇੱਕੋ ਨਾਰੇ ਨਾਲ ਹੋਇਆ, ਸਾਈਮਨ ਵਾਪਸ ਜਾਓ। ਇਹ ਸਿਰਫ ਇੱਕ ਨਾਰਾ ਨਹੀਂ ਸੀ, ਇਹ ਪੂਰੇ ਦੇਸ਼ ਦੇ ਗੁੱਸੇ ਅਤੇ ਅਪਮਾਨ ਦੀ ਆਵਾਜ਼ ਸੀ। ਖਾਸ ਗੱਲ ਇਹ ਸੀ ਕਿ ਇਸ ਮੁੱਦੇ ਤੇ ਕਾਂਗਰਸ ਅਤੇ ਮੁਸਲਿਮ ਲੀਗ ਸਮੇਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸਨ। ਸਾਈਮਨ ਕਮਿਸ਼ਨ ਦੇ ਵਿਰੋਧ ਨੇ ਦੇਸ਼ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ। ਹੁਣ ਕਾਂਗਰਸ ਦੇ ਨੌਜਵਾਨ ਆਗੂਆਂ ਨੂੰ ਇਹ ਗੱਲ ਸਾਫ਼ ਹੋ ਗਈ ਕਿ ਛੋਟੇ-ਮੋਟੇ ਸੁਧਾਰਾਂ ਦੀ ਮੰਗ ਕਰਨ ਦਾ ਸਮਾਂ ਲੰਘ ਚੁੱਕਾ ਹੈ। ਹੁਣ ਵੇਲਾ ਆ ਗਿਆ ਸੀ ਇੱਕ ਵੱਡਾ, ਸਾਫ਼ ਅਤੇ ਅੰਤਿਮ ਟੀਚਾ ਮਿੱਥਣ ਦਾ। ਇਸ ਸਾਲ 1929 ਭਾਰਤ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਮਤਿਹਾਨਾਂ ਦੇ ਹਿਸਾਬ ਨਾਲ ਇਹ ਤਾਰੀਖ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਉਹ ਸਾਲ ਸੀ ਜਦੋਂ ਕਾਂਗਰਸ ਨੇ ਲਾਹੌਰ ਵਿੱਚ ਆਪਣੇ ਇਤਿਹਾਸਿਕ ਸੈਸ਼ਨ ਵਿੱਚ ਆਜ਼ਾਦੀ ਦੇ ਸੰਘਰਸ਼ ਦਾ ਟੀਚਾ ਹੀ ਬਦਲ ਕੇ ਰੱਖ ਦਿੱਤਾ। ਅਤੇ ਉਹ ਨਵਾਂ ਟੀਚਾ ਸੀ
ਪੂਰਨ ਸਵਰਾਜ ਯਾਨੀ ਕਿ ਮੁਕੰਮਲ ਆਜ਼ਾਦੀ। ਹੁਣ ਬ੍ਰਿਟਿਸ਼ ਸਾਮਰਾਜ ਦੇ ਅਧੀਨ ਰਹਿ ਕੇ ਅਧੂਰੇ ਸਵੈਸ਼ਾਸਨ ਯਾਨੀ ਡੋਮਿਨੀਅਨ ਸਟੇਟਸ ਦੀ ਗੱਲ ਖਤਮ ਹੋ ਚੁੱਕੀ ਸੀ। ਹੁਣ ਇੱਕੋ ਇੱਕ ਨਿਸ਼ਾਨਾ ਸੀ ਬ੍ਰਿਟਿਸ਼ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦੀ ਹਾਸਲ ਕਰਨਾ। ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੋਏ ਇਸ ਲਾਹੌਰ ਸੈਸ਼ਨ ਵਿੱਚ ਕਈ ਇਤਿਹਾਸਿਕ ਫੈਸਲੇ ਲਏ ਗਏ। ਪਹਿਲਾ, ਪੂਰਨ ਸਵਰਾਜ ਦਾ ਮਤਾ ਸਰਵਸੰਮਤੀ ਨਾਲ ਪਾਸ ਹੋਇਆ। ਦੂਜਾ, ਇਹ ਤੈਅ ਹੋਇਆ ਕਿ 26 ਜਨਵਰੀ 1930 ਦਾ ਦਿਨ ਪੂਰੇ ਭਾਰਤ ਵਿੱਚ ਪਹਿਲੇ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਵੇਗਾ। ਔਰ ਤੀਜਾ, ਸਾਰੇ ਦੇਸ਼ਵਾਸੀਆਂ ਨੂੰ ਇਹ ਸੱਦਾ ਦਿੱਤਾ ਗਿਆ ਕਿ ਉਹ ਆਜ਼ਾਦੀ ਲਈ ਸੰਘਰਸ਼ ਕਰਨ ਦਾ ਪ੍ਰਣ ਲੈਣ। ਇਨ੍ਹਾਂ ਫੈਸਲਿਆਂ ਨੇ ਆਉਣ ਵਾਲੇ ਸੰਘਰਸ਼ ਦੀ ਨੀਂਹ ਰੱਖੀ। ਚਲੋ, ਪੂਰਨ ਸਵਰਾਜ ਦਾ ਐਲਾਨ ਤਾਂ ਹੋ ਗਿਆ, ਪਰ ਸਵਾਲ ਇਹ ਸੀ ਕਿ ਇਸ ਵੱਡੇ ਅਤੇ ਗੰਭੀਰ ਵਿਚਾਰ ਨੂੰ ਇੱਕ ਆਮ ਆਦਮੀ ਦੇ ਸੰਘਰਸ਼ ਨਾਲ ਕਿਵੇਂ ਜੋੜਿਆ ਜਾਵੇ। ਇਸ ਮੁਸ਼ਕਿਲ ਸਵਾਲ ਦਾ ਜਵਾਬ ਮਹਾਤਮਾ ਗਾਂਧੀ ਨੇ ਲੱਭਿਆ ਅਤੇ ਉਹਨਾਂ ਦਾ ਹਥਿਆਰ ਬਣਿਆ ਨਮਕ। ਗਾਂਧੀ ਜੀ ਨੇ ਵਾਇਸਰਾਏ ਇਰਵਿਨ ਨੂੰ 11 ਮੰਗਾਂ ਵਾਲਾ ਇੱਕ ਖਤ ਲਿਖਿਆ। ਇਹ ਮੰਗਾਂ ਬੜੀ ਸੋਚ ਸਮਝ ਕੇ ਚੁਣੀਆਂ ਗਈਆਂ ਸਨ ਤਾਂ ਕਿ ਸਮਾਜ ਦੇ ਹਰ ਵਰਗ, ਕਿਸਾਨ, ਵਪਾਰੀ, ਆਮ ਨਾਗਰਿਕ ਨੂੰ ਨਾਲ ਜੋੜਿਆ ਜਾ ਸਕੇ। ਪਰ ਇਹਨਾਂ ਵਿੱਚੋਂ ਸਭ ਤੋਂ ਜ਼ਬਰਦਸਤ ਮੰਗ ਸੀ ਨਮਕ ਤੇ ਲੱਗੇ ਟੈਕਸ ਨੂੰ ਖਤਮ ਕਰਨਾ। ਕਿਉਂ? ਕਿਉਂਕਿ ਨਮਕ ਇੱਕ ਅਜਿਹੀ ਚੀਜ਼ ਸੀ ਜਿਸ ਦੀ ਲੋੜ ਅਮੀਰ ਨੂੰ ਵੀ ਸੀ ਤੇ ਗਰੀਬ ਨੂੰ ਵੀ। ਇਸ ਤੇ ਟੈਕਸ ਲਗਾਉਣਾ ਬ੍ਰਿਟਿਸ਼ ਰਾਜ ਦੇ ਜ਼ੁਲਮ ਦਾ ਸਭ ਤੋਂ ਵੱਡਾ ਅਤੇ ਸਪਸ਼ਟ ਪ੍ਰਤੀਕ ਸੀ। ਅਤੇ ਫਿਰ ਸ਼ੁਰੂ ਹੋਈ ਉਹ ਇਤਿਹਾਸਿਕ ਡਾਂਡੀ ਯਾਤਰਾ। 12 ਮਾਰਚ 1930 ਨੂੰ ਗਾਂਧੀ ਜੀ ਆਪਣੇ 78 ਸਾਥੀਆਂ ਨਾਲ ਸਾਬਰਮਤੀ ਆਸ਼ਰਮ ਤੋਂ ਤੁਰ ਪਏ। 24 ਦਿਨਾਂ ਵਿੱਚ 240 ਮੀਲ ਦਾ ਲੰਬਾ ਸਫ਼ਰ ਪੈਦਲ ਤੈਅ ਕਰਕੇ ਉਹ 6 ਅਪ੍ਰੈਲ ਨੂੰ ਡਾਂਡੀ ਦੇ ਸਮੁੰਦਰੀ ਕੰਢੇ ਪਹੁੰਚੇ। ਉੱਥੇ ਉਨ੍ਹਾਂ ਨੇ ਮੁੱਠੀ ਭਰ ਨਮਕ ਬਣਾ ਕੇ ਬ੍ਰਿਟਿਸ਼ ਕਾਨੂੰਨ ਨੂੰ ਤੋੜ ਦਿੱਤਾ। ਇਹ ਸਿਰਫ ਇੱਕ ਮੁੱਠੀ ਨਮਕ ਨਹੀਂ ਸੀ, ਇਹ ਤਾਂ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਤੇ ਇੱਕ ਸਿੱਧੀ ਚੋਟ ਸੀ। ਨਮਕ ਕਾਨੂੰਨ ਟੁੱਟਣ ਦੇ ਨਾਲ ਹੀ ਪੂਰੇ ਦੇਸ਼ ਵਿੱਚ ਸਿਵਲ ਨਾਫਰਮਾਨੀ ਲਹਿਰ ਦਾ ਆਗਾਜ਼ ਹੋ ਗਿਆ। ਪਰ ਇਹ ਲਹਿਰ ਪਿਛਲੀ ਨਾਮਿਲਵਰਤਨ ਲਹਿਰ ਨਾਲੋਂ ਕਿਵੇਂ ਵੱਖਰੀ ਸੀ? ਆਓ ਹੁਣ ਇਸ ਦੇ ਫਾਇਦਿਆਂ ਅਤੇ ਇਸ ਦੀਆਂ ਸੀਮਾਵਾਂ ਨੂੰ ਚੰਗੀ ਤਰ੍ਹਾਂ ਸਮਝੀਏ। ਇਨ੍ਹਾਂ ਦੋਵਾਂ ਲਹਿਰਾਂ ਵਿੱਚ ਇੱਕ ਬਹੁਤ ਹੀ ਬੁਨਿਆਦੀ ਫਰਕ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ, ਨਾਮਿਲਵਰਤਨ ਲਹਿਰ ਵਿੱਚ ਲੋਕਾਂ ਨੂੰ ਸਿਰਫ ਬ੍ਰਿਟਿਸ਼ ਸਰਕਾਰ ਨਾਲ ਸਹਿਯੋਗ ਨਾ ਕਰਨ ਲਈ ਕਿਹਾ ਗਿਆ ਸੀ, ਜਿਵੇਂ ਸਕੂਲ, ਕਾਲਜ, ਅਦਾਲਤਾਂ ਛੱਡ ਦਿਓ। ਪਰ ਸਿਵਲ ਨਾਫਰਮਾਨੀ ਲਹਿਰ ਇਸ ਤੋਂ ਇੱਕ ਕਦਮ ਅੱਗੇ ਸੀ। ਇਸ ਵਿੱਚ ਲੋਕਾਂ ਨੂੰ ਕਾਨੂੰਨ ਤੋੜਨ ਲਈ ਕਿਹਾ ਗਿਆ ਸੀ। ਇਹ ਬ੍ਰਿਟਿਸ਼ ਰਾਜ ਨੂੰ ਇੱਕ ਸਿੱਧੀ ਅਤੇ ਖੁੱਲ੍ਹੀ ਚੁਣੌਤੀ ਸੀ। ਇਸੇ ਦੌਰਾਨ ਬ੍ਰਿਟਿਸ਼ ਸਰਕਾਰ ਨੇ ਗੱਲਬਾਤ ਦਾ ਦਿਖਾਵਾ ਕਰਨ ਲਈ ਲੰਡਨ ਵਿੱਚ ਗੋਲਮੇਜ਼ ਕਾਨਫਰੰਸਾਂ ਬੁਲਾਈਆਂ। ਪਹਿਲੀ ਕਾਨਫਰੰਸ ਦਾ ਤਾਂ ਕਾਂਗਰਸ ਨੇ ਬਾਈਕਾਟ ਕਰ ਦਿੱਤਾ, ਇਸ ਲਈ ਉਹ ਬੇਕਾਰ ਗਈ। ਦੂਜੀ ਕਾਨਫਰੰਸ ਵਿੱਚ ਗਾਂਧੀ-ਇਰਵਿਨ ਸਮਝੌਤੇ ਤੋਂ ਬਾਅਦ ਗਾਂਧੀ ਜੀ ਗਏ, ਪਰ ਉੱਥੇ ਕੋਈ ਗੱਲ ਨਾ ਬਣੀ। ਤੀਜੀ ਕਾਨਫਰੰਸ ਦਾ ਕਾਂਗਰਸ ਨੇ ਫਿਰ ਤੋਂ ਬਾਈਕਾਟ ਕੀਤਾ। ਇਸ ਸਭ ਤੋਂ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਸੀ ਕਿ ਕਾਂਗਰਸ ਤੋਂ ਬਿਨਾਂ ਭਾਰਤ ਦੇ ਭਵਿੱਖ ਦਾ ਕੋਈ ਵੀ ਫੈਸਲਾ ਨਹੀਂ ਹੋ ਸਕਦਾ। ਪਰ ਇਸ ਲਹਿਰ ਦੀ ਇੱਕ ਵੱਡੀ ਸੀਮਾ ਇਹ ਸੀ ਕਿ ਇਸ ਵਿੱਚ ਸ਼ਾਮਿਲ ਹਰ ਸਮਾਜਿਕ ਗਰੁੱਪ ਦੇ ਆਪਣੇ-ਆਪਣੇ ਮਤਲਬ ਸਨ। ਅਮੀਰ ਕਿਸਾਨ ਚਾਹੁੰਦੇ ਸਨ ਕਿ ਲਗਾਨ ਘੱਟ ਹੋਵੇ, ਵਪਾਰੀ ਚਾਹੁੰਦੇ ਸਨ ਕਿ ਉਹਨਾਂ ਦੇ ਵਪਾਰ ਨੂੰ ਸੁਰੱਖਿਆ ਮਿਲੇ, ਮਜ਼ਦੂਰਾਂ ਦੀਆਂ ਆਪਣੀਆਂ ਮੰਗਾਂ ਸਨ ਅਤੇ ਔਰਤਾਂ ਨੇ ਵੀ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪਰ ਜਦੋਂ ਸਾਰਿਆਂ ਦੇ ਹਿੱਤ ਆਪਸ ਵਿੱਚ ਟਕਰਾਉਣ ਲੱਗੇ ਤਾਂ ਲਹਿਰ ਦੀ ਏਕਤਾ ਤੇ ਅਸਰ ਪੈਣਾ ਸ਼ੁਰੂ ਹੋ ਗਿਆ। ਅੰਦੋਲਨ ਦੀ ਇੱਕ ਹੋਰ ਵੱਡੀ ਸੀਮਾ ਸਾਡੇ ਸਮਾਜ ਦੀ ਅੰਦਰੂਨੀ ਵੰਡ ਦੇ ਰੂਪ ਵਿੱਚ ਸਾਹਮਣੇ ਆਈ। ਡਾਕਟਰ B.R. ਅੰਬੇਡਕਰ ਦਲਿਤਾਂ ਲਈ ਵੱਖਰੇ ਚੋਣ ਖੇਤਰਾਂ ਦੀ ਮੰਗ ਕਰ ਰਹੇ ਸਨ, ਪਰ ਗਾਂਧੀ ਜੀ ਦਾ ਮੰਨਣਾ ਸੀ ਕਿ ਇਸ ਨਾਲ ਹਿੰਦੂ ਸਮਾਜ ਹਮੇਸ਼ਾ ਲਈ ਵੰਡਿਆ ਜਾਵੇਗਾ। ਇਸ ਮੁੱਦੇ ਤੇ ਦੋਵਾਂ ਮਹਾਨ ਨੇਤਾਵਾਂ ਵਿੱਚ ਗੰਭੀਰ ਮਤਭੇਦ ਹੋ ਗਏ, ਜਿਸ ਦਾ ਹੱਲ 1932 ਦੇ ਪੂਨਾ ਪੈਕਟ ਰਾਹੀਂ ਕੱਢਿਆ ਗਿਆ। ਇਸ ਸਮਝੌਤੇ ਤਹਿਤ ਦਲਿਤਾਂ ਲਈ ਵੱਖਰੇ ਚੋਣ ਖੇਤਰ ਤਾਂ ਨਹੀਂ ਮਿਲੇ, ਪਰ ਉਨ੍ਹਾਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਵਧਾ ਦਿੱਤੀ ਗਈ। ਇਸੇ ਤਰ੍ਹਾਂ ਕਾਂਗਰਸ ਅਤੇ ਮੁਸਲਿਮ ਰਾਜਨੀਤਿਕ ਸੰਗਠਨਾਂ ਵਿਚਕਾਰ ਵਧ ਰਿਹਾ ਅਵਿਸ਼ਵਾਸ ਵੀ ਇੱਕ ਵੱਡੀ ਚੁਣੌਤੀ ਸੀ। ਭਵਿੱਖ ਵਿੱਚ ਆਪਣੀ ਰਾਜਨੀਤਿਕ ਪ੍ਰਤੀਨਿਧਤਾ ਨੂੰ ਲੈ ਕੇ ਚਿੰਤਾਵਾਂ ਦੇ ਕਾਰਨ ਮੁਸਲਮਾਨਾਂ ਦੇ ਇੱਕ ਵੱਡੇ ਹਿੱਸੇ ਨੇ ਇਸ ਅੰਦੋਲਨ ਤੋਂ ਦੂਰੀ ਬਣਾ ਕੇ ਰੱਖੀ। ਇਸ ਨਾਲ ਅੰਗਰੇਜ਼ਾਂ ਵਿਰੁੱਧ ਇੱਕ ਪੂਰੀ ਤਰ੍ਹਾਂ ਇਕਜੁੱਟ ਮੋਰਚਾ ਬਣਾਉਣ ਵਿੱਚ ਮੁਸ਼ਕਿਲ ਆਈ। ਤਾਂ ਇੰਨੇ ਲੰਬੇ ਸੰਘਰਸ਼, ਰਣਨੀਤਿਕ ਬਦਲਾਅ ਅਤੇ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਪੂਰਨ ਸਵਰਾਜ ਦੇ ਟੀਚੇ ਨੂੰ ਹਕੀਕਤ ਵਿੱਚ ਬਦਲਣ ਲਈ ਆਖਿਰ ਹੁਣ ਅੱਗੇ ਕੀ ਕਰਨਾ ਪਵੇਗਾ? ਇਸ ਸਵਾਲ ਦਾ ਜਵਾਬ ਸਾਨੂੰ ਆਜ਼ਾਦੀ ਦੇ ਸੰਘਰਸ਼ ਦੇ ਆਖਰੀ ਅਤੇ ਸਭ ਤੋਂ ਅਹਿਮ ਪੜਾਅ ਵੱਲ ਲੈ ਕੇ ਜਾਵੇਗਾ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਰ ਲਈ। ਹਰ ਰੋਜ਼ ਦੀ ਮਿਹਨਤ ਹੀ ਵੱਡੀ ਸਫਲਤਾ ਦੀ ਨੀਂਹ ਹੈ।